इस दिन समझौते के नाँ ते सौदा होया सी ना जी, उस दिन सानू पता लग गया सी कि सौदियां दे नाल कदी सियासतां नहीं हुंदियां। 20 सीटां ते समझौता करते हैं और विचों 13 सीटां जिन्हां नाल समझौता करते हैं उन्हां नूं ही बेच दित्तियां जांदियां। बहुत गंभीर आरोप है तुहाडा। गंभीर आरोप है, ये मैं प्रूफ भी जिहड़े आ प्रेस के सामने मीडिया के सामने उजागर कर सकदा। उस अकाली दल दे नाल समझौता जिते ड्रग के इल्जाम लगते हो, उस अकाली दल दे नाल समझौता जिन्हें साडे पंजाब दे नौजवानों का रोजगार खा लिया होवे। पंजाब दे विच जिन्हां दी बहुजन समाज पार्टी नुमाइंदगी करदी आ, उन्हां दे कोल 20 घर भी नहीं हैगे इदां दे कि जिहड़े पैसे नाल इलैक्शन लड़ सकन। जसवीर सिंह गढ़ी होरी तुहाडे ते आरोप लाउंदे आ, ਉਹ ਕਹਿੰਦਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਇਹ ਕਾਂਗਰਸ ਦੇ ਬੰਦੇ ਪਾਰਟੀ 'ਚ ਵੀ ਕਾਂਗਰਸ ਦੇ ਵਾਂਗੂ ਵਿਚਰਦੇ ਸੀਗੇ। ਕਹਿੰਦੇ ਸਿਕਿਉਰਟੀਆਂ ਦਿੱਤੀਆਂ ਹੋਈਆਂ ਕਾਂਗਰਸ ਨੇ ਤਾਂ ਇਹਨਾਂ ਨੂੰ। ਲੋਕੀ ਸਭ ਕੁਝ ਜਾਣਦੇ ਆ ਕਿ ਕਿਹੜਾ ਬੰਦਾ ਕਿਹੜਾ ਲੀਡਰ ਕਿਹੋ ਜਿਹੇ ਕਿਰਦਾਰ ਦਾ ਮਾਲਕ ਹੈ, ਔਰ ਆਹ ਜਿਹੜੀਆਂ ਵੋਟਾਂ ਇਹ ਵੋਟਾਂ ਤੋਂ ਜਦੋਂ ਰਿਜ਼ਲਟ ਆਏਗਾ ਤੁਹਾਨੂੰ ਦੂਸਰੇ ਦਿਨ ਹੀ ਪਤਾ ਲੱਗ ਜਾਏਗਾ। ਪਾਰਟੀ 'ਚੋਂ ਨਿਕਲ ਕੇ ਸਾਰੀਆਂ ਗੱਲਾਂ ਕਾਹਤੋਂ ਚੇਤੇ ਆਉਂਦੀਆਂ ਕਿ ਪਾਰਟੀ 'ਚ ਖਾਮੀਆਂ ਹੈ ਜੀ, ਆਹ ਹੋ ਰਿਹਾ, ਮਿਸ਼ਨ ਕਮਿਸ਼ਨ ਦੀ ਗੱਲ ਆਉਂਦੀ ਹੈ। ਜਦੋਂ ਇਹ ਗੱਲਾਂ ਸਹਿਣ ਤੋਂ ਬੇਬਸ ਹੋ ਜਾਏ ਫਿਰ ਕੋਈ ਨਾ ਕੋਈ ਜਿਹੜਾ ਆ ਉਹ ਫੈਸਲਾ ਲੈਣ ਲਈ ਮਜਬੂਰ ਹੁੰਦਾ। ਅਦਰਵਾਈਜ਼ ਕੋਈ ਵੀ ਆਪਣੇ ਘਰ ਦੀ ਗੱਲ ਜਿਹੜੀ ਆ ਬਹੁਤ ਕੋਸ਼ਿਸ਼ ਕਰਦਾ ਕਿ ਇਹਨੂੰ ਢੱਕ ਕੇ ਰੱਖਿਆ ਜਾਵੇ। ਜਿਹਨੂੰ ਅਸੀਂ ਗਣੇਸ਼ ਜੀ ਦਾ ਜਿਹੜਾ ਨਾਮ ਦਿੰਦੇ ਸੀ, ਉਸ ਹਾਥੀ ਨੂੰ ਮੈਂ ਇੱਕ ਦਾਅਵਾ ਕਰਦਾ, ਇਹ ਮੈਂ ਸੱਚ ਕਹਿ ਰਿਹਾ, ਬੜੇ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਉਹ ਹਾਥੀ ਜਿਹੜਾ ਆ ਮੰਗਤਿਆਂ ਦੇ ਹੱਥ ਆ ਗਿਆ। ਜਸਵੀਰ ਸਿੰਘ ਗੜੀ ਨੂੰ ਜੋ ਚਾਹੀਦਾ ਸੀ ਉਹ ਸ਼ਾਇਦ ਮਿਲ ਗਿਆ, ਤਾਂ ਹੀ ਉਹ ਖੇਤ ਤੇ ਫਲੈਕਸਾਂ ਲੱਗੀਆਂ ਹੋਈਆਂ, ਹਰ ਮੋੜ ਤੇ ਫਲੈਕਸਾਂ ਲੱਗੀਆਂ ਹੋਈਆਂ, ਜੋ ਚਾਹੀਦਾ ਸੀ ਉਹਨਾਂ ਨੂੰ ਮਿਲ ਗਿਆ। ਪਰ ਜ਼ੀਰੋ ਟੁੱਟਣ ਵਾਲਾ ਸਵਾਲ ਕਦੀ ਇਹਨਾਂ ਦਾ ਕਦੀ ਸੁਪਨਾ ਪੂਰਾ ਨਹੀਂ ਹੋਇਆ। 2022 ਲਈ ਪੰਜਾਬ ਦਾ ਚੋਣ ਅਖਾੜਾ ਭਖ ਚੁੱਕਾ ਆ। ਕੈਂਡੀਡੇਟ ਕੁਝ ਪਾਰਟੀਆਂ ਨੇ ਆਪਣੇ ਅਨਾਉਂਸ ਕਰ ਦਿੱਤੇ ਤੇ ਕੁਝ ਪਾਰਟੀਆਂ ਅਜੇ ਮੁਸ਼ੱਕਤ ਕਰਦੀਆਂ ਪਈਆਂ ਨੇ ਕਿ ਆਖਰ ਕੈਂਡੀਡੇਟ ਅਨਾਉਂਸ ਕਿਹਨੂੰ ਕੀਤਾ ਜਾਵੇ, ਕਿਉਂਕਿ ਹਰ ਸੀਟ ਤੇ ਇੱਕ ਅਨਾਰ ਤੇ 100 ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ। ਇਸ ਸਭ ਦੇ ਦਰਮਿਆਨ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨੇ ਜਿਹੜੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਆਏ ਤੇ ਉਸ ਪਾਰਟੀ ਦੇ ਵਿੱਚ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਨੇ, ਜਾਂ ਫਿਰ ਉਮੀਦ ਰੱਖ ਰਹੇ ਨੇ, ਜਾਂ ਫਿਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੂੰ ਦੂਜੀ ਪਾਰਟੀ ਦੇ ਵਿੱਚੋਂ ਇਸੇ ਕਰਕੇ ਲੈ ਕੇ ਆਂਦਾ ਗਿਆ ਕਿ ਵਾਅਦਾ ਕੀਤਾ ਗਿਆ ਤੁਹਾਨੂੰ ਇੱਥੇ ਟਿਕਟ ਦਿੱਤੀ ਜਾਊਗੀ। ਇਸ ਸਭ ਦੇ ਦਰਮਿਆਨ ਜੇ ਆਪਾਂ ਜ਼ਿਕਰ ਛੇੜੀਏ ਕਾਂਗਰਸ ਦਾ, ਤੇ ਕਾਂਗਰਸ ਦੇ ਵਿੱਚ ਪ੍ਰਤਾਪਪੁਰੇ ਜਲੰਧਰ 'ਚ ਇੱਕ ਰੈਲੀ ਹੁੰਦੀ ਹੈ। ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੋਂ ਬਾਗੀ ਹੋਏ ਕੁਝ ਆਗੂ ਕਾਂਗਰਸ ਜੁਆਇਨ ਕਰਦੇ ਆ, ਔਰ ਉਹਨਾਂ ਦੇ ਵਿੱਚੋਂ ਹੀ ਇੱਕ ਆਗੂ ਸੁਖਬੀਰ ਸਿੰਘ ਮਾਨਾਵਾਲੀ, ਜਿਨ੍ਹਾਂ ਨੇ ਫਗਵਾੜੇ ਤੋਂ ਉਮੀਦਵਾਰੀ ਦੀ ਦਾਅਵੇਦਾਰੀ ਜਿਹੜੀ ਆ ਜਤਾਈ ਹੈ। ਔਰ ਫਗਵਾੜੇ ਦੇ ਵਿੱਚ ਦਾਅਵੇਦਾਰਾਂ ਦੀ ਫਹਿਰਿਸਤ ਦੇਖੀਏ ਤੇ 10 ਤੋਂ ਵੱਧ ਲੋਕ ਨੇ ਜਿਨ੍ਹਾਂ ਨੇ ਟਿਕਟ ਲਈ ਅਪਲਾਈ ਕੀਤਾ, ਪਰ ਮਿਲਣੀ ਕਿਸੇ ਇੱਕ ਨੂੰ ਨੇ। ਸੁਖਬੀਰ ਸਿੰਘ ਮਾਨਾਵਾਲੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਸੁਖਬੀਰ ਜੀ, ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਤੇ ਤੁਹਾਨੂੰ ਜੀ ਆਇਆਂ ਕਹਿੰਦੇ। ਸਤਿ ਸ਼੍ਰੀ ਅਕਾਲ ਜੀ। ਸੁਖਬੀਰ ਜੀ, ਟਿਕਟ ਦੀ ਦਾਅਵੇਦਾਰੀ ਤੁਸੀਂ ਫਗਵਾੜੇ ਤੋਂ ਕੀਤੀ ਹੈ ਔਰ ਦਾਅਵੇਦਾਰੀਆਂ ਹੋਰ ਵੀ ਬਹੁਤ ਸਾਰੀਆਂ ਨੇ। ਕੀ ਤੁਹਾਨੂੰ ਕਾਂਗਰਸ ਦੇ ਵਿੱਚ ਵਾਅਦਾ ਕਰਕੇ ਲਿਆਂਦਾ ਗਿਆ ਸੀ ਟਿਕਟ ਦਾ, ਜਾਂ ਆਉਣ ਤੋਂ ਬਾਅਦ ਤੁਹਾਨੂੰ ਲੱਗਾ ਕਿ ਨਹੀਂ ਫਗਵਾੜੇ ਦੇ ਵਿੱਚ ਏਡਾ ਕੁ ਆਧਾਰ ਤਾਂ ਮੇਰਾ ਵੀ ਹੈਗਾ ਆ ਤੇ ਜੇ ਮੈਂ ਵੀ ਟਿਕਟ ਲਈ ਅਪਲਾਈ ਕਰ ਦੇਵਾਂ ਤੇ ਕਾਂਗਰਸ ਟਿਕਟ ਦੇ ਸਕਦੀ ਹੈ? ਇਦਾਂ ਦੀਆਂ ਸਥਿਤੀਆਂ ਲਗਭਗ ਹੈਗੀਆਂ ਨੇ। ਟਿਕਟ ਦਾ ਕੋਈ ਵਾਅਦਾ ਕਰਕੇ ਨਹੀਂ ਆਏ ਅਸੀਂ, ਸਿਰਫ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਇੱਕ ਨਵੀਂ ਜਿਹੜੀ ਲੀਡਰਸ਼ਿਪ ਜਿਹੜੀ ਹੈ, ਜਿਹਦੇ ਹੱਥ ਵਾਂਗਡੋਰ ਆਈ ਹੈ ਪੰਜਾਬ ਦੀ। ਪਹਿਲਾਂ ਤੁਸੀਂ ਦੇਖਿਆ ਹੋਣਾ ਕਿ 4.5 ਸਾਲ ਕਾਂਗਰਸ ਦੇ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਦੇ ਥਰੂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ। ਠੀਕ ਹੈ ਨਾ, ਇੱਕ ਪਰਿਵਾਰ ਦਾ ਇੰਨਾ ਜ਼ਿਆਦਾ ਸਟਰੋਂਗ ਹੋਣਾ ਪੰਜਾਬ ਦੇ ਵਿੱਚ, ਜਿਹਦਾ ਬਿਜ਼ਨਸ ਤੇ ਵੀ ਕਬਜ਼ਾ ਹੋਵੇ, ਜਿਹਦਾ ਸੱਤਾ ਤੇ ਵੀ ਕਬਜ਼ਾ ਹੋਵੇ, ਜਿਹਦਾ ਧਰਮ ਤੇ ਵਿੱਚ ਵੀ ਬੋਲਬਾਲਾ ਹੋਵੇ, ਉਸ ਪਰਿਵਾਰ ਦੀ ਚੇਨ ਨੂੰ ਤੋੜਨ ਦਾ ਜਿਹੜਾ ਕੰਮ ਨਵਜੋਤ ਸਿੰਘ ਸਿੱਧੂ, ਸਰਦਾਰ ਪ੍ਰਗਟ ਸਿੰਘ ਔਰ ਚੰਨੀ ਜੀ ਨੇ ਕੀਤਾ ਜੀ। ਠੀਕ ਹੈ ਨਾ ਜੀ, ਉਸ ਚੀਜ਼ ਦੇ ਨਾਲ ਸਾਨੂੰ ਇਹ ਮਹਿਸੂਸ ਹੋਇਆ ਕਿ ਪੰਜਾਬ ਦੇ ਵਿੱਚ ਇੱਕ ਜਿਹੜੀ ਸੈਕੂਲਰ ਪਾਰਟੀ ਹੈ, ਜਿਹਦੇ ਵਿੱਚ ਹਰ ਵਰਗ ਜਿਹੜਾ ਆ ਵਿਸ਼ਵਾਸ ਰੱਖਦਾ ਆ, ਉਹ ਪਾਰਟੀ ਇੱਕ ਨਵੀਂ ਜਿਹੜੀ ਆ ਬਦਲ ਕੇ ਸਾਹਮਣੇ ਆਈ ਆ। ਔਰ 111 ਦਿਨਾਂ ਦੇ ਵਿੱਚ ਲੋਕਾਂ ਦੇ ਜਿਹੜੇ ਆ ਰੁਕੇ ਹੋਏ ਕੰਮ ਜਿਹੜੇ ਆ ਪੰਜਾਬ ਦੇ ਵਿੱਚ ਰੁਕੇ ਹੋਏ ਕੰਮ ਜਿਹੜੇ ਆ ਚੰਨੀ ਸਾਹਿਬ ਨੇ ਕੀਤੇ ਆ, ਉਸ ਨੂੰ ਦੇਖ ਕੇ ਜਿਹੜਾ ਆ ਉਹ ਇਹ ਮਨ ਬਣਾਇਆ ਕਿ ਕਾਂਗਰਸ ਹੀ ਹੈ ਜਿਹੜੀ ਉਹ ਪੰਜਾਬ ਦਾ ਭਲਾ ਕਰ ਸਕਦੀ ਹੈ। ਅੱਛਾ, ਇਹ ਮਨ ਦੇ ਵਿੱਚ ਉਦੋਂ ਜਾ ਕੇ ਕਦੋਂ ਕਿਉਂ ਆਇਆ ਜਦੋਂ ਬਹੁਤ ਸਾਰੇ ਰਾਹ ਦੇਖ ਲਏ ਬਸਪਾ ਦੇ ਬਾਗੀਆਂ ਨੇ? ਹਾਲਾਂਕਿ ਜਦੋਂ ਬਹੁਜਨ ਸਮਾਜ ਪਾਰਟੀ ਦਾ ਅਕਾਲੀ ਦਲ ਨਾਲ ਗੱਠਜੋੜ ਹੁੰਦਾ, ਬਾਗੀ ਆਵਾਜ਼ਾਂ ਉਦੋਂ ਹੀ ਉੱਠਣੀਆਂ ਸ਼ੁਰੂ ਹੋ ਜਾਂਦੀਆਂ। ਉਦੋਂ ਚੰਨੀ ਹੋਰਾਂ ਦੀ ਸਰਕਾਰ ਸੀ, ਉਦੋਂ ਕੁੱਲ ਮਿਲਾ ਕੇ ਸਰਕਾਰ ਤਕਰੀਬਨ ਬਣ ਗਈ ਸੀਗੀ, ਪਰ
ਅੰਮ੍ਰਿਤ ਭੋਸਲੇ ਹੋਰਾਂ ਦੀ ਗੱਲ ਕਰ ਲਈਏ, ਸੁਖਵਿੰਦਰ ਕੋਟਲੀ ਹੋਰਾਂ ਦੀ ਗੱਲ ਕਰ ਲਈਏ, ਰਛਪਾਲ ਰਾਜੂ ਹੋਰਾਂ ਦੀ ਗੱਲ ਕਰ ਲਈਏ, ਆਵਾਜ਼ਾਂ ਪਾਰਟੀ ਦੇ ਅੰਦਰੋਂ ਉਠਾਈਆਂ ਜਾਂਦੀਆਂ ਸੀਗੀਆਂ। ਪਰ ਇਹ ਥੋੜਾ ਸਮਾਂ ਨਿਕਲ ਕੇ ਜਦੋਂ ਪਤਾ ਲੱਗਾ ਕਿ ਹੁਣ ਅਖੀਰ ਹੋ ਗਈ ਆ, ਉਦੋਂ ਹੀ ਕਾਹਤੋਂ ਕਾਂਗਰਸ ਲੱਗਣ ਲੱਗ ਪਈ ਚੰਗੀ, ਚੰਨੀ ਹੋਰਾਂ ਦੀ ਸਰਕਾਰ ਉਹ ਮਿੱਥ ਤੋੜਦੀ ਨਜ਼ਰ ਆਉਣ ਲੱਗੀ। ਉਹ ਪੈਂਦੀ ਸੱਟੇ ਜਦੋਂ ਗੱਠਜੋੜ ਹੋਇਆ ਸੀ, ਉਦੋਂ ਹੀ ਕਾਹਤੋਂ ਨਹੀਂ ਚੰਨੀ ਹੋਰਾਂ ਦੀ ਸਰਕਾਰ ਚੰਗੀ ਲੱਗਣ ਲੱਗੀ? ਇਹਦੇ ਕੋਈ ਵਿਸ਼ੇਸ਼ ਕਾਰਨ ਸੀਗੇ? ਇਹਦੇ ਵਿਸ਼ੇਸ਼ ਕਾਰਨ ਤਾਂ ਇਹ ਹੈ ਜੀ, ਜਿਹੜਾ ਇੱਕ ਸਮਝੌਤੇ ਦਾ ਨਾਂ ਦੇ ਕੇ ਇੱਕ ਸੌਦਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ। 20 ਸੀਟਾਂ ਤੇ ਸਮਝੌਤਾ ਕਰਦੇ ਆ, ਔਰ ਵਿੱਚੋਂ 13 ਸੀਟਾਂ ਜਿਨ੍ਹਾਂ ਨਾਲ ਸਮਝੌਤਾ ਕਰਦੇ ਆ ਉਹਨਾਂ ਨੂੰ ਹੀ ਵੇਚ ਦਿੱਤੀਆਂ ਜਾਂਦੀਆਂ, ਬਹੁਤ ਗੰਭੀਰ ਆਰੋਪ ਹੈ ਤੁਹਾਡਾ। ਤੇ ਫਿਰ ਜੇ ਗੰਭੀਰ ਆਰੋਪ ਹੈ, ਇਹਦੇ ਮੈਂ ਪ੍ਰੂਫ ਵੀ ਜਿਹੜੇ ਆ ਪ੍ਰੈਸ ਦੇ ਸਾਹਮਣੇ, ਮੀਡੀਆ ਦੇ ਸਾਹਮਣੇ ਉਜਾਗਰ ਕਰ ਸਕਦਾ। ਠੀਕ ਹੈ ਨਾ। ਇੱਕ ਇਸ ਤੋਂ ਪਹਿਲਾਂ ਛੱਜਲ ਮੰਡੀ ਜੀ ਨੇ ਰੋ ਕੇ ਦੱਸਿਆ ਕਿ ਮੈਂ ਦਰਬਾਰ ਸਾਹਿਬ ਆਪਣੇ ਬੱਚੇ ਲੈ ਕੇ, ਜਿਹੜਾ ਜਨਰਲ ਸੈਕਟਰੀ ਸੀ ਪੰਜਾਬ ਦਾ ਬਸਪਾ ਦਾ, ਉਹ ਰੋ ਕੇ ਕਹਿ ਰਿਹਾ ਕਿ ਮੈਂ ਦਰਬਾਰ ਸਾਹਿਬ ਆਪਣੇ ਬੱਚੇ ਲੈ ਕੇ ਚੜ ਜਾਂਦਾ। ਔਰ ਕਿੰਨੇ ਜ਼ਿਆਦਾ ਰੌਲੇ ਪਏ ਉਸ ਤੋਂ ਇਲਾਵਾ ਕਿ ਉਹਨੇ ਇਹ ਗੱਲ ਕਹੀ ਕਿ ਦਰਬਾਰ ਸਾਹਿਬ ਮੈਂ ਆਪਣੇ ਬੱਚੇ ਲੈ ਕੇ ਚੜ ਜਾਂਦਾ, ਜੇ ਇਹਨਾਂ ਨੇ ਪੈਸੇ ਨਹੀਂ ਲਏ, ਨਹੀਂ ਤਾਂ ਇਹ ਆਪਣੇ ਬੱਚੇ ਲੈ ਕੇ ਦਰਬਾਰ ਸਾਹਿਬ ਚੜ ਜਾਣ। ਇਹ ਐਡਾ ਕੋਈ ਜਿਹੜੀ ਸੱਚਾਈ ਨੂੰ ਛੁਪਾਇਆ ਨਹੀਂ ਜਾ ਸਕਦਾ ਪੰਜਾਬ ਦੇ ਲੋਕਾਂ ਤੋਂ, ਸਾਰੇ ਲੋਕ ਜਾਣਦੇ ਆ। ਕਿ ਤੁਸੀਂ ਇਸ ਗੱਲ ਦਾ, ਤੁਸੀਂ ਮੀਡੀਆ, ਜਸਵੀਰ ਜੀ, ਤੁਸੀਂ ਅੰਦਾਜ਼ਾ ਲਗਾਓ ਕਿ ਇੱਕ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਬਹੁਜਨ ਸਮਾਜ ਪਾਰਟੀ ਨੁਮਾਇੰਦਗੀ ਕਰਦੀ ਆ, ਉਹਨਾਂ ਦੇ ਕੋਲ 20 ਘਰ ਵੀ ਨਹੀਂ ਹੈਗੇ ਇਦਾਂ ਦੇ ਕਿ ਜਿਹੜੇ ਪੈਸੇ ਨਾਲ ਇਲੈਕਸ਼ਨ ਲੜ ਸਕਣ। ਔਰ ਜਿਹੜੀਆਂ 20 ਬਾਬੂ ਕਾਂਚੀ ਰਾਮ ਜੀ ਸੀ, ਉਹ 117 ਤੇ ਕੈਂਡੀਡੇਟ ਖੜੇ ਕਰ ਦਿੰਦੇ ਸੀ। ਅੱਜ 20 ਸੀਟਾਂ ਲੈ ਕੇ ਵੀ, ਮਾੜੀਆਂ ਸੀਟਾਂ ਲੈ ਕੇ ਵੀ ਉੱਤੇ 20 ਕੈਂਡੀਡੇਟ ਨਹੀਂ ਦੇ ਸਕੇ। 20 ਕੈਂਡੀਡੇਟ ਨਹੀਂ ਦਿੱਤੇ ਬਸਪਾ ਨੇ ਥੋੜੀ ਦਿੱਤੇ ਆ, ਉਹ ਤਾਂ 13 ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ। ਇਸ ਗੱਲ ਦਾ ਮੈਂ ਦਾਅਵਾ ਕਰਦਾ ਆ ਕਿ 2022 ਦੀ ਇਲੈਕਸ਼ਨ ਤੋਂ ਬਾਅਦ ਨਾ ਤਾਂ ਚਮਕੌਰ ਸਾਹਿਬ ਤੋਂ ਕੈਂਡੀਡੇਟ ਆ ਕੇ ਕਿਸੇ ਬਸਪਾ ਦੇ ਪ੍ਰੋਗਰਾਮ ਦੇ ਵਿੱਚ ਆਉਣਗੇ, ਨਾ ਕਪੂਰਥਲੇ ਵਾਲੇ ਢਪਈ ਸਾਹਿਬ ਆਉਣਗੇ, ਨਾ ਟਾਂਡੇ ਵਾਲੇ ਲੱਖੀ ਗਿਲਜੀਆਂ ਜੀ ਆਉਣਗੇ, ਤੇ ਨਾ ਆਉਣਗੇ ਜਿਹੜਾ ਲੁਬਾਣਾ, ਕੁਲਦੀਪ ਸਿੰਘ ਲੁਬਾਣਾ ਨਾਰਥ ਜਿਹਨੂੰ ਸੀਟ ਦਿੱਤੀ ਆ, ਉਹ ਵੀ ਨਹੀਂ ਆਉਣਗੇ ਕਿਸੇ ਪਾਰਟੀ ਦੇ ਪ੍ਰੋਗਰਾਮ ਤੇ, ਕਿਸੇ ਪਾਰਟੀ ਦੇ ਵਰਕਰ ਦੇ ਦੁੱਖ ਸੁੱਖ ਤੇ। ਜਿਹੜੇ ਕੈਂਡੀਡੇਟ ਕੋਈ ਫਿਕਸ ਕਰਕੇ, ਕੋਈ ਤੈਅ ਕਰਕੇ, ਕੋਈ ਸੌਦਾ ਤੈਅ ਕਰਕੇ ਹਾਥੀ ਚੋਣ ਨਿਸ਼ਾਨ ਲੈ ਕੇ ਵੋਟਾਂ ਤੇ ਖੜੇ ਹੋਏ ਹੋਣਗੇ, ਉਹ ਕਦੀ ਵਰਕਰ ਨੂੰ ਮੂੰਹ ਨਹੀਂ ਲਾਉਣਗੇ। ਉਹ ਕਹਿਣਗੇ ਆਪਣੇ ਘਰ ਨੂੰ ਚਲੋ, ਤੁਹਾਡੀ ਲੀਡਰਸ਼ਿਪ ਦੇ ਕੋਲੋਂ ਅਸੀਂ ਕੁਝ ਕਰਕੇ, ਕੋਈ ਗੱਲ ਮੁਕਾ ਕੇ ਟਿਕਟ ਲਈ ਸੀ। ਔਰ ਪਾਰਟੀ ਦੇ ਅਸਲ ਵਰਕਰਾਂ ਨੂੰ ਇਗਨੋਰ ਕੀਤਾ ਗਿਆ ਆ। ਅਸਲ ਵਰਕਰ ਜਿਹੜੇ ਡੈਡੀਕੇਟਡ ਜਿਹੜੇ ਲੀਡਰ ਸੀ, ਉਹਨਾਂ ਨੂੰ ਇਗਨੋਰ ਕੀਤਾ ਗਿਆ। ਇੱਥੋਂ ਠੇਕੇਦਾਰ ਜੀ ਨੇ ਚੋਣ ਲੜੀ ਸੀ, ਕਿਹੋ ਜਿਹਾ ਕਿਰਦਾਰ ਆ ਉਹਨਾਂ ਦਾ, ਇਮਾਨਦਾਰ ਵਿਅਕਤੀ ਆ। ਰਛਪਾਲ ਰਾਜੂ ਜੀ ਵੋਟ ਬੈਂਕ ਨੂੰ ਬੜਾਵਾ ਦਿੱਤਾ ਪਾਰਲੀਮੈਂਟ ਚੋਣਾਂ ਦੇ ਵਿੱਚ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸੀ, ਪਰ ਉਹਨਾਂ ਨੂੰ ਪ੍ਰਧਾਨਗੀ ਤੋਂ ਉਤਾਰਿਆ ਗਿਆ, ਪਾਰਟੀ ਚੋਂ ਵੀ ਕੱਢ ਦਿੱਤਾ ਗਿਆ। ਇਸ ਲਈ ਤੁਸੀਂ ਕਿਹਦਾ ਨਾਮ ਲਵੇ, ਸੁਖਵਿੰਦਰ ਕੋਟਲੀ ਜੀ, ਅੰਮ੍ਰਿਤ ਭੋਸਲੇ ਜੀ, ਚਲੋ ਮੈਂ ਤਾਂ ਵਿੱਚ ਹੈਗਾ ਹੀ ਆ, ਹੋਰ ਬਹੁਤ ਸਾਰੇ ਵਰਕਰ, ਬਹੁਤ ਸਾਰੇ ਸਾਥੀ ਜਿਹੜੇ ਇਹਨਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਨਿਰਾਸ਼ ਸੀ। ਤੁਸੀਂ ਉਹਨਾਂ ਦੇ ਉੱਤੇ ਇਲਜ਼ਾਮ ਲਾਉਨੇ ਆ ਕਿ ਇਹ ਲੋਕ ਮਾਰੂ ਨੇ, ਇਹ ਪਾਰਟੀ ਨੂੰ ਲੈ ਕੇ ਇਮਾਨਦਾਰ ਨਹੀਂ ਹੈ। ਤੇ ਜਸਵੀਰ ਸਿੰਘ ਗੜੀ ਹੋਰੀ ਤੁਹਾਡੇ ਤੇ ਆਰੋਪ ਲਾਉਂਦੇ ਆ, ਉਹ ਕਹਿੰਦਾ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਇਹ ਕਾਂਗਰਸ ਦੇ ਬੰਦੇ, ਪਾਰਟੀ 'ਚ ਵੀ ਕਾਂਗਰਸ ਦੇ ਵਾਂਗੂ ਵਿਚਰਦੇ ਸੀਗੇ। ਕਹਿੰਦੇ ਸਿਕਿਉਰਟੀਆਂ ਦਿੱਤੀਆਂ ਹੋਈਆਂ ਕਾਂਗਰਸ ਨੇ ਤਾਂ ਇਹਨਾਂ ਨੂੰ। 5.5 ਲੱਖ ਰੁਪਈਆ ਅਸੀਂ ਤਿਲ ਫੁੱਲ ਇਕੱਠਾ ਕਰਕੇ ਆਪਣੀ ਪਾਕਟ ਦੇ ਵਿੱਚੋਂ ਵੀ ਪੈਸੇ ਦੇ ਕੇ ਇਹਨਾਂ ਨੂੰ, ਹਰ ਭੈਣ ਜੀ ਦੇ ਜਨਮ ਦਿਨ ਤੇ ਅੱਜ 15 ਮਾਰਚ ਹੈ ਨਾ, ਪਿਛਲੇ 15 ਮਾਰਚ ਨੂੰ ਅਸੀਂ ਹਰ ਜਗ੍ਹਾ ਜਿੱਥੇ ਵੀ ਸਾਡੀ ਇਹ ਸੇਵਾ ਲਾਉਂਦੇ ਸੀ, ਇਹ ਤਾਂ ਲੋਕ ਹੀ ਦੱਸਣਗੇ, ਜਿੱਥੇ ਵੀ ਸਾਡੀ ਸੇਵਾ ਲਾਉਂਦੇ ਸੀ ਅਸੀਂ ਉਸ ਸੇਵਾ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਸੀ, ਚਾਹੇ ਉਹ ਫਾਈਨੈਂਸ਼ੀਅਲ ਸਪੋਰਟ ਹੋਵੇ, ਚਾਹੇ ਉਹ ਲੋਕਾਂ ਦੇ ਕੰਮ ਹੋਣ। ਲੋਕੀ ਸਭ ਕੁਝ ਜਾਣਦੇ ਆ ਕਿ ਕਿਹੜਾ ਬੰਦਾ, ਕਿਹੜਾ ਲੀਡਰ ਕਿਹੋ ਜਿਹੇ ਕਿਰਦਾਰ ਦਾ ਮਾਲਕ ਹੈ। ਔਰ ਆਹ ਜਿਹੜੀਆਂ ਵੋਟਾਂ, ਇਹ ਵੋਟਾਂ ਤੋਂ ਜਦੋਂ ਰਿਜ਼ਲਟ ਆਏਗਾ ਤੁਹਾਨੂੰ ਦੂਸਰੇ ਦਿਨ ਹੀ ਪਤਾ ਲੱਗ ਜਾਏਗਾ। ਨਹੀਂ, ਇਹ 5 ਲੱਖ 5.5 ਲੱਖ ਜਨਮ ਦਿਨ ਦੇ ਉੱਤੇ ਕਿਉਂ ਖਰਚਿਆ ਜਾਂਦਾ ਸੀ? ਬਹੁਜਨ ਸਮਾਜ ਨੂੰ ਤੇ ਉੱਥੇ ਜਿਹੜੇ ਨਪੀੜੇ ਹੋਏ ਲੋਕ ਆ ਉਹਨਾਂ ਨੂੰ ਮਦਦ ਦੀ ਲੋੜ ਹੈ ਕਿ ਭੈਣ ਜੀ ਉਹਨਾਂ ਨੂੰ ਲੋੜ ਸੀਗੀ? ਸਾਰਿਆਂ ਨੂੰ ਲੋੜ ਹੈ ਜੀ, ਇੱਥੇ ਸਾਰਿਆਂ ਨੂੰ ਲੋੜ ਹੈ। ਇੱਥੇ ਪੈਸੇ ਦੀ ਹੀ ਗੱਲ ਚੱਲਦੀ ਆ, ਮਿਸ਼ਨ ਦੀ ਕੋਈ ਗੱਲ ਨਹੀਂ, ਕਮਿਸ਼ਨ ਦੀ ਗੱਲ ਚੱਲਦੀ ਹੈ। ਔਰ ਇਹ ਆਰੋਪ ਕੱਲਾ ਸੁਖਵੀਰ ਸਿੰਘ ਨਹੀਂ ਲਗਾ ਰਿਹਾ, ਇਹ ਆਰੋਪ MP ਸਿੰਘ ਗੁਰਾਇਆ ਵੀ ਲਗਾ ਚੁੱਕਾ। ਇਹ ਆਰੋਪ ਗੜੀ ਸਾਹਿਬ ਦੇ ਉੱਤੇ ਠੇਕੇਦਾਰ ਭਗਵਾਨ ਦਾਸ ਜੀ, ਜਿਹੜੇ ਇੱਥੋਂ ਜਿਮਨੀ ਚੋਣ ਲੜੇ ਸੀ, ਕਿ ਹੋਟਲ ਦੇ ਵਿੱਚ ਰਹਿ ਕੇ 2 ਦਿਨ ਦਾ ਖਰਚਾ ਜਿਹੜਾ ਉਹਨਾਂ ਨੇ ਬਿੱਲ ਪੇ ਕੀਤਾ। ਇਹੋ ਜਿਹਾ ਸਾਡਾ ਕਲਚਰ ਨਹੀਂ ਸੀ ਬਸਪਾ ਦਾ। ਬਸਪਾ ਦਾ ਕਲਚਰ ਇਹ ਸੀ ਕਿ ਦਰੀ ਤੇ ਬੈਠ ਕੇ, ਜ਼ਮੀਨ ਤੇ ਬੈਠ ਕੇ ਲੋਕਾਂ ਦੀ ਭੁੱਖ ਨਪਾਣੇ ਗੱਲ ਕਰਨੀ। ਮਹਿੰਗੇ ਹੋਟਲਾਂ ਵਾਲਾ ਕਲਚਰ ਬਸਪਾ ਦਾ ਨਹੀਂ ਸੀ। ਉਹਨਾਂ ਨੇ ਵੀ ਬੜੇ ਗੰਭੀਰ ਆਰੋਪ ਲਾਏ ਆ। ਸਾਰੇ ਲੀਡਰ ਝੂਠੇ ਨਹੀਂ ਹੋ ਸਕਦੇ, ਸਾਰੇ ਲੋਕ ਝੂਠੇ ਨਹੀਂ ਹੋ ਸਕਦੇ। ਇਸ ਲਈ ਲੋਕਾਂ ਨੂੰ ਮਿਸ਼ਨ ਔਰ ਕਮਿਸ਼ਨ ਦੀ ਜਿਹੜੀ ਆ ਗੱਲ ਆ ਪਹਿਚਾਨਣੀ ਪਏਗੀ। ਇਹ ਪਾਰਟੀ ਚੋਂ ਨਿਕਲ ਕੇ ਸਾਰੀਆਂ ਗੱਲਾਂ ਕਾਹਤੋਂ ਚੇਤੇ ਆਉਂਦੀਆਂ ਕਿ ਪਾਰਟੀ 'ਚ ਖਾਮੀਆਂ ਹੈ ਜੀ, ਆਹ ਹੋ ਰਿਹਾ, ਮਿਸ਼ਨ ਕਮਿਸ਼ਨ ਦੀ ਗੱਲ ਆਉਂਦੀ ਹੈ? ਜਿੰਨੀ ਦੇਰ ਤੱਕ ਪਾਰਟੀ ਦੇ ਵਿੱਚ ਰਹਿ, ਮੈਂ ਨਹੀਂ ਦੇਖਿਆ ਕਿ ਤੁਸੀਂ ਇਦਾਂ ਦੀ ਕੋਈ ਗੱਲ ਕੀਤੀ ਹੋਵੇ। ਉਦੋਂ ਤਾਂ ਇਹ ਗੱਲਾਂ ਨਹੀਂ ਆਈਆਂ, ਜਾਂ ਇਹ ਗੱਲ ਸੀ ਫਗਵਾੜੇ ਤੋਂ ਤੁਹਾਡੀ ਦਾਅਵੇਦਾਰੀ ਸੀਗੀ ਬਸਪਾ ਦੇ ਵੱਲੋਂ,
ਤੇ ਦਾਅਵੇਦਾਰੀ ਦੀ ਥਾਂ ਤੇ ਜਸਵੀਰ ਸਿੰਘ ਗੜੀ ਬਲਾਚੌਰ ਤੋਂ ਉੱਠ ਕੇ ਫਗਵਾੜੇ ਦੇ ਵਿੱਚ ਕੈਂਡੀਡੇਟ ਬਣ ਜਾਂਦੇ ਤੇ ਉਹਦੇ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਨਹੀਂ ਆ ਮੇਰਾ ਹੱਕ ਮਾਰਿਆ ਗਿਆ, ਹੁਣ ਆਪਾਂ ਇਧਰਲੇ ਪਾਸੇ ਨੂੰ ਹੋ ਜਾਣਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਸੀ। ਹਰ ਇੱਕ ਪਰਿਵਾਰ ਜਿਹੜਾ ਹੁੰਦਾ ਨਾ, ਪਰਿਵਾਰ ਦੇ ਵਿੱਚ ਕੋਈ ਮਾੜੀ ਮੋਟੀ ਹਸਬੈਂਡ ਵਾਈਫ ਦੀ ਗੱਲ ਵੀ ਹੋਵੇ ਤੇ ਗੁਆਂਢੀ ਨੂੰ ਨਾ ਪਤਾ ਲੱਗੇ, ਉਹ ਆਪਣੀ ਗੱਲ ਨੂੰ ਦਬਾਉਂਦਾ ਪਰਿਵਾਰ ਦੀ ਗੱਲ ਨੂੰ। ਉਹ ਕਹਿੰਦਾ ਕਿ ਮੇਰੀ ਇੱਜ਼ਤ ਢਕੀ ਰਵੇ। ਇਸੇ ਤਰ੍ਹਾਂ ਜਿਹੜੀ ਪਾਰਟੀ ਹੁੰਦੀ ਹੈ, ਆਪਣਾ ਪਰਿਵਾਰ ਹੁੰਦਾ, ਆਪਣਾ ਘਰ ਹੁੰਦਾ ਆ। ਹਰ ਇੱਕ ਲੀਡਰ ਚਾਹੁੰਦਾ ਕਿ ਮੈਂ ਇਹਦੇ ਲਈ ਸਮਾਂ ਦਿੱਤਾ, ਮੈਂ ਤੇ ਇਨਵੈਸਟਮੈਂਟ ਕੀਤੀ, ਮੇਰਾ ਪੈਸਾ ਲੱਗਾ। ਇਹ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਮੰਜ਼ਿਲੇ ਮਕਸੂਦ ਤੱਕ ਪਹੁੰਚੇ, ਔਰ ਉਸ ਗੱਲ ਨੂੰ, ਉਸ ਚਿੰਤਾ ਨੂੰ ਲੈ ਕੇ ਉਹ ਆਪਣੇ ਮਨ ਦੇ ਵਿੱਚ ਗੱਲਾਂ ਘੁੱਟੀ ਰੱਖਦਾ। ਪਰ ਜਦੋਂ ਇਹ ਗੱਲਾਂ ਸਹਿਣ ਤੋਂ ਬੇਵੱਸ ਹੋ ਜਾਏ, ਫਿਰ ਕੋਈ ਨਾ ਕੋਈ ਜਿਹੜਾ ਆ ਉਹ ਫੈਸਲਾ ਲੈਣ ਲਈ ਮਜਬੂਰ ਹੁੰਦਾ। ਅਦਰਵਾਈਜ਼ ਕੋਈ ਵੀ ਆਪਣੇ ਘਰ ਦੀ ਗੱਲ ਜਿਹੜੀ ਆ ਬਹੁਤ ਕੋਸ਼ਿਸ਼ ਕਰਦਾ ਕਿ ਇਹਨੂੰ ਢੱਕ ਕੇ ਰੱਖਿਆ ਜਾਵੇ। ਤੁਸੀਂ ਨਾ ਇੱਕ ਗੱਲ ਕੀਤੀ ਹੈ ਕਿ ਸੁਖਬੀਰ ਬਾਦਲ ਦਾ ਪ੍ਰਭਾਵ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਲ ਮਿਲ ਕੇ ਰਲੀਆਂ ਚੁੱਕਦੇ, ਜਿਹਨੂੰ ਆਪਾਂ ਸਿੱਧੇ ਤੌਰ ਤੇ ਪੰਜਾਬੀ 'ਚ ਕਹਿ ਸਕਦੇ ਹਾਂ ਕਿ ਉਹ ਕਰਦੇ ਹੁੰਦੇ ਸੀਗੇ। ਹੁਣ ਪ੍ਰਭਾਵ ਤਾਂ ਇੱਕ ਇੱਦਾਂ ਦਾ ਵੀ ਰਿਹਾ ਆ ਸੁਖਬੀਰ ਜੀ, ਕਿ ਤੁਹਾਡਾ ਵੀ ਨਾਮ ਸੁਖਬੀਰ ਹੈ, ਹੁਣ ਉਧਰ ਵੀ ਸੁਖਬੀਰ ਬਾਦਲ ਹੋ ਰਹੀ ਆ, ਕਿ ਸੁਖਬੀਰ ਹੋਰਾਂ ਦਾ ਪ੍ਰਭਾਵ ਤਾਂ ਬਸਪਾ ਦੇ ਵਿੱਚ ਇੱਕ ਸਿੱਧੇ ਗੱਠਜੋੜ ਦੇ ਵਿੱਚ ਰੂਪ ਦੇ ਵਿੱਚ ਵੀ ਸੀ ਕਿ ਕੈਂਡੀਡੇਟ ਇਸ ਤਰੀਕੇ ਨਾਲ ਉਤਾਰੇ ਜਾਂਦੇ ਸੀਗੇ ਕਿ ਉਹਨਾਂ ਦੇ ਉਮੀਦਵਾਰਾਂ ਦੇ ਖਿਲਾਫ ਬਸਪਾ ਵੱਲੋਂ ਹਲਕੇ, ਕਾਂਗਰਸ ਦੇ ਖਿਲਾਫ ਭਾਰੇ, ਕੁਝ ਇਦਾਂ ਦੀਆਂ ਚਰਚਾਵਾਂ ਵੀ ਚੱਲਦੀਆਂ ਸੀ। ਕਿ ਉਦੋਂ ਨਹੀਂ ਤੁਹਾਨੂੰ ਪ੍ਰਭਾਵ ਨਜ਼ਰ ਆਇਆ ਕਿ ਅਕਾਲੀ ਦਲ ਦਾ ਹੈ? ਨਹੀਂ, ਉਦੋਂ ਕੋਈ ਇਹੋ ਜਿਹੀ ਗੱਲ ਨਹੀਂ ਸੀ। ਬਸਪਾ ਇਕੱਲੇ ਇਲੈਕਸ਼ਨ ਲੜਦੀ ਸੀ ਜਾਂ ਕਿਸੇ ਨਾਲ ਗਠਬੰਧਨ ਕਰਦੀ ਸੀ ਜਾਂ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੇ ਮਾਧਿਅਮ ਤੋਂ ਇਲੈਕਸ਼ਨ ਲੜੀ। ਉਦੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਜਦੋਂ ਆ 20 ਸੀਟਾਂ ਤੇ ਸਮਝੌਤਾ ਹੋਇਆ, ਇੱਕ ਬੇਈਮਾਨੀ ਦੀ ਭਾਵਨਾ ਦੇ ਨਾਲ ਸੁਖਬੀਰ ਬਾਦਲ ਨੇ ਕਿ ਆਪਾਂ ਦੋਵੇਂ ਹੁਣ ਭਰਾ ਆ, ਆਪਾਂ ਕੋਈ ਇਸੇ ਚੀਜ਼ ਦਾ ਸਮਝੌਤਾ ਕਰਦੇ ਜਾਂ ਆਪਣੀ ਜ਼ਮੀਨ ਦੀ ਵੰਡ ਕਰਦੇ ਆ ਜਾਂ ਰੁਪਈਆਂ ਦੀ ਵੰਡ ਕਰਦੇ ਆ, ਤੇ 1000 ਰੁਪਈਆ ਵੰਡਣਾ ਹੈ, ਮੈਂ 200 ਤੁਹਾਨੂੰ ਦੇਵਾਂ, 800 ਮੈਂ ਆਪਣੀ ਜੇਬ 'ਚ ਪਾ ਲਾਂ, ਔਰ 800 ਰੱਖ ਕੇ ਵੀ ਮੈਨੂੰ ਸਬਰ ਨਾ ਹੋਵੇ, ਮੈਂ ਤੁਹਾਡੇ 200 ਵੱਲ ਦੇਖੀ ਜਾਵਾਂ ਵੀ ਇਹਦੇ ਵਿੱਚੋਂ ਵੀ 150 ਰੁਪਈਆ ਮੈਨੂੰ ਮਿਲ ਜਾਵੇ। ਸੁਖਬੀਰ ਬਾਦਲ ਨੇ ਸੇਮ ਇਹ ਬਸਪਾ ਦੇ ਨਾਲ ਕੀਤਾ। 20 ਸੀਟਾਂ ਦੇ ਕੇ ਵੀ ਆਪਣੀ ਮਾੜੀ ਨੀਅਤ ਬਸਪਾ ਦੀਆਂ ਸਿਲੈਕਟਡ ਸੀਟਾਂ ਦੇ ਵਿੱਚ ਰੱਖੀ, ਔਰ ਉਹਨਾਂ ਦੇ ਵਿੱਚੋਂ ਵੀ ਆਪਣੇ ਕੈਂਡੀਡੇਟ ਉਤਾਰੇ। ਹਾਥੀ ਦੇ ਉੱਤੇ ਉਹ ਆਪਣੇ ਕੈਂਡੀਡੇਟ ਚਾੜੇ, ਆਪਣੇ ਸ਼੍ਰੋਮਣੀ ਅਕਾਲੀ ਦਲ ਦੇ। ਜਿਵੇਂ ਪਿੰਡਾਂ ਦੇ ਵਿੱਚ ਹਾਥੀ ਲੈ ਕੇ ਆਉਂਦੇ ਨਾ ਬੀਬੀਆਂ, 10 ਰੁਪਏ ਦੇ ਕੇ ਹਾਥੀਵਾਨ ਨੂੰ ਕਹਿੰਦੀਆਂ ਆ ਲੈ ਜੀ ਮੇਰਾ ਮੁੰਡਾ ਉੱਪਰ ਚੜਾ ਲਾ, ਆ ਮੇਰੇ ਮੁੰਡੇ ਨੂੰ ਥੱਲਿਓਂ ਦੀ ਨਿਗਾਹ ਲਾ। ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਸੁਖਬੀਰ ਬਾਦਲ ਨੇ ਸੇਮ ਕਿ ਆਹ ਲੈ ਫੜ ਜੀ, ਜੋ ਲੈਣਾ ਲੈ ਲਾ, ਤਾਂ ਮੇਰਾ ਲੱਖੀ ਗਿੱਲ ਜੀਆਂ ਹਾਥੀ ਉੱਪਰ ਚੜਾ ਲਾ, ਮੇਰਾ ਚਮਕੌਰ ਸਾਹਿਬ ਤੋਂ ਉੱਪਰ ਚੜਾ ਲਾ, ਮੇਰਾ ਕਪੂਰਥਲੇ ਤੋਂ ਢਪਈ ਉੱਪਰ ਚੜਾ ਲਾ। ਇਸ ਤਰ੍ਹਾਂ ਦਾ ਸਿਸਟਮ ਹਾਥੀ ਦਾ ਇਹਨਾਂ ਨੇ ਹਾਲ, ਇੱਕ ਵਿਸ਼ਾਲ ਹਾਥੀ ਦਾ ਹਾਲ, ਜਿਹਨੂੰ ਅਸੀਂ ਗਣੇਸ਼ ਜੀ ਦਾ ਜਿਹੜਾ ਨਾਮ ਦਿੰਦੇ ਸੀ, ਉਸ ਹਾਥੀ ਨੂੰ ਮੈਂ ਇੱਕ ਦਾਅਵਾ ਕਰਦਾ, ਇਹ ਮੈਂ ਸੱਚ ਕਹਿ ਰਿਹਾ, ਬੜੇ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਉਹ ਹਾਥੀ ਜਿਹੜਾ ਆ ਮੰਗਤਿਆਂ ਦੇ ਹੱਥ ਆ ਗਿਆ। ਗੜੀ ਹੁਰੀ ਤਾਂ ਕਹਿੰਦੇ ਆ ਕਿ ਅਸੀਂ ਪਾਰਟੀ ਨੂੰ ਮਜ਼ਬੂਤ ਕੀਤਾ ਹੈ, ਸੱਤਾ ਦੇ ਵਿੱਚ ਹਿੱਸੇਦਾਰੀ ਬਹੁਤ ਸਮੇਂ ਤੋਂ ਬਸਪਾ ਦੀ ਨਹੀਂ ਬਣੀ ਸੀ ਤੇ ਹੁਣ ਅਸੀਂ ਸੱਤਾ ਦੇ ਵਿੱਚ ਹਿੱਸੇਦਾਰੀ ਕਰਨੀ ਆ, ਤੇ ਉਪ ਮੁੱਖ ਮੰਤਰੀ ਤੱਕ ਦਾ ਵੀ ਦਾਅਵਾ ਕਰ ਦਿੱਤਾ ਗਿਆ ਸੁਖਬੀਰ ਬਾਦਲ ਜੀ। ਕਾਹਦੀ ਹਿੱਸੇਦਾਰੀ ਵੀ? ਅਠਾਵਲੇ ਨੇ ਇੱਕ ਸੀਟ ਦੇ ਲਈ ਰਿਪਬਲਿਕਨ ਪਾਰਟੀ ਆਫ ਇੰਡੀਆ ਨੂੰ ਬੀਜੇਪੀ ਦੇ ਹਵਾਲੇ ਕਰ ਦਿੱਤਾ। ਇਹ ਜ਼ੀਰੋ ਤੋੜਨ ਦਾ ਸਵਾਲ ਹੁੰਦਾ ਕਿ ਅੱਜ ਉਹੀ ਪੈਟਰਨ ਤੇ ਜਸਵੀਰ ਸਿੰਘ ਗੜੀ ਸਾਰੇ ਕੇਡਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਵਾਲੇ ਕਰ ਦੇਵੇ, ਜਿਹਨੂੰ ਕੱਲ ਹਜੇ ਜਿਹੜਾ ਰੈਲੀ ਦੇ ਵਿੱਚ ਗਾਲਾਂ ਕੱਢਦਾ ਸੀ ਕਿ ਅਕਾਲੀ ਦਲ, ਜਿਹੜਾ ਅਕਾਲੀ ਦਲ ਚਾਹੁੰਦਾ ਆ ਕਿ ਦਲਿਤਾਂ ਦੇ ਵਿਹੜਿਆਂ ਦੇ ਵਿੱਚ ਕੋਈ ਅਫਸਰ ਨਾ ਬਣ ਜਾਵੇ, ਵੱਡੀਆਂ ਅਕਾਲੀ ਦਲ ਨੂੰ ਅੱਜ ਕਿਤੋਂ ਦੁੱਧ ਧੋਤਾ ਹੋ ਗਿਆ ਅਕਾਲੀ ਦਲ ਵੀ। ਇਸ ਲਈ ਜੇ ਤੁਸੀਂ ਪਿਛੋਕੜ ਦੇਖੋ ਤੇ ਅਕਾਲੀ ਦਲ ਦੇ ਵਿੱਚ ਸੰਵਿਧਾਨ ਦੀਆਂ ਕਾਪੀਆਂ ਜਿਹੜੀਆਂ ਸਾੜਨ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੈ, ਔਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਬੜਾ ਛੋਟੇ ਸ਼ਬਦਾਂ ਦੇ ਵਿੱਚ ਨਾਮ ਲੈਣ, ਜਿਨ੍ਹਾਂ ਦਾ ਅਸੀਂ ਬੜੇ ਸਤਿਕਾਰ ਦੇ ਨਾਲ ਰੱਬ ਦੇ ਬਰਾਬਰ ਜਿਹਦੀ ਤੁਲਨਾ ਅਸੀਂ ਕਰਦੇ ਹਾਂ, ਉਹਨੂੰ ਕਹਿ ਰਿਹਾ ਕਿ ਖਹਿਰੇ ਨੂੰ ਜੁਆਇਨ ਕਰਨ ਦੇ ਸਮੇਂ ਕਿ ਮੈਂ ਕਾਂਸ਼ੀ ਰਾਮ ਦੀ ਪਾਰਟੀ ਖਤਮ ਕਰ ਚੱਲਿਆ। ਉਸ ਅਕਾਲੀ ਦਲ ਦੇ ਨਾਲ ਸਮਝੌਤਾ ਜਿੱਤੇ ਡਰੱਗ ਦੇ ਇਲਜ਼ਾਮ ਲੱਗਦੇ ਹੋਣ, ਉਸ ਅਕਾਲੀ ਦਲ ਦੇ ਨਾਲ ਸਮਝੌਤਾ ਜਿਹਨੇ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਖਾ ਲਿਆ ਹੋਵੇ, ਉਸ ਅਕਾਲੀ ਦਲ ਦੇ ਨਾਲ ਸਮਝੌਤਾ। ਇਸ ਲਈ ਸਰਦਾਰ ਜਸਵੀਰ ਸਿੰਘ ਗੜੀ ਜਿਹੜਾ ਪੰਥ ਦਾ ਨਾ ਹੋਇਆ, ਜਿਹੜਾ ਪੰਜਾਬ ਦੇ ਨੌਜਵਾਨਾਂ ਦਾ ਨਾ ਹੋਇਆ, ਜਿਹੜਾ ਕਿਸਾਨਾਂ ਦਾ ਨਾ ਹੋਇਆ, ਉਹ ਜਸਵੀਰ ਸਿੰਘ ਗੜੀ ਦਾ ਵੀ ਕਿੱਥੋਂ ਭਲਾ ਕਰ ਸਕਦਾ। ਇਸ ਲਈ ਜਸਵੀਰ ਸਿੰਘ ਗੜੀ ਨੂੰ ਜੋ ਚਾਹੀਦਾ ਸੀ ਉਹ ਸ਼ਾਇਦ ਮਿਲ ਗਿਆ, ਤਾਂ ਹੀ ਉਹ ਖੇਤ ਤੇ ਫਲੈਕਸਾਂ ਲੱਗੀਆਂ ਹੋਈਆਂ, ਹਰ ਮੋੜ ਤੇ ਫਲੈਕਸਾਂ ਲੱਗੀਆਂ ਹੋਈਆਂ, ਜੋ ਚਾਹੀਦਾ ਸੀ ਉਹਨਾਂ ਨੂੰ ਮਿਲ ਗਿਆ। ਪਰ ਜ਼ੀਰੋ ਟੁੱਟਣ ਵਾਲਾ ਸਵਾਲ ਕਦੀ ਇਹਨਾਂ ਦਾ ਕਦੀ ਸੁਪਨਾ ਪੂਰਾ ਨਹੀਂ ਹੋਣਾ। ਹੁਣ ਪਾਰਟੀ ਛੱਡ ਦਿੱਤੀ ਹੈ ਤਾਂ ਕਹਿ ਰਹੇ ਹੋ ਕਿ ਜ਼ੀਰੋ ਟੁੱਟਣੀ ਨਹੀਂ ਹੈ, ਜਾਂ ਤੁਹਾਨੂੰ ਸਥਿਤੀਆਂ ਜਿਹੜੀਆਂ ਇਹੋ ਜਿਹੀਆਂ ਲੱਗਦੀਆਂ ਪਾਰਟੀ 'ਚ ਰਹਿ ਕੇ ਵੀ ਦੇਖ ਲਿਆ ਕਿ ਸਥਿਤੀਆਂ ਪਾਰਟੀ ਦੀਆਂ ਵੈਸੇ ਹੀ ਬਹੁਤ ਮਜ਼ਬੂਤ ਨਹੀਂ ਆ? ਜਿਸ ਦਿਨ ਸਮਝੌਤੇ ਦੇ ਨਾਂ ਤੇ ਸੌਦਾ ਹੋਇਆ ਸੀ ਨਾ ਜੀ, ਉਸੇ ਦਿਨ ਸਾਨੂੰ ਪਤਾ ਲੱਗ ਗਿਆ ਸੀ ਕਿ ਸੌਦਿਆਂ ਦੇ ਨਾਲ ਕਦੀ ਸਿਆਸਤਾਂ ਨਹੀਂ ਹੁੰਦੀਆਂ, ਸਿਆਸਤਾਂ ਹੁੰਦੀਆਂ ਕਿਰਦਾਰ ਦੇ ਨਾਲ। ਸਿਆਸਤ ਹੁੰਦੀ ਆ ਸਮਾਜ ਦੇ ਪ੍ਰਤੀ ਡੈਡੀਕੇਸ਼ਨ ਭਾਵਨਾ ਦੇ ਨਾਲ, ਸਿਆਸਤ ਹੁੰਦੀ ਆ ਇਮਾਨਦਾਰੀ ਦੇ ਨਾਲ। ਜਦੋਂ ਕਦੀ ਆਪਾਂ ਸੌਦਾ ਕਰ ਲਈਏ, ਸੌਦੇ ਦੇ ਵਿੱਚ ਤਾਂ ਫਿਰ ਇੱਕ ਚੀਜ਼ ਹੀ ਮਿਲਦੀ ਹੁੰਦੀ ਆ, ਜਾਂ ਸੱਤਾ ਲੈ ਲਓ ਜਾਂ ਫਿਰ ਜਿਹੜਾ ਸੌਦਾ ਕੀਤਾ ਹੈ ਉਹ ਲੈ ਲਓ।
ਤੁਸੀਂ ਤਾਂ ਕਹਿੰਦੇ ਗੜੀ ਨੇ ਵੀ ਬਹੁਤ ਸਾਰੇ ਲੋਕ ਤੁਹਾਡੇ ਬਸਪਾ ਦੇ ਅਕਾਲੀ ਦਲ 'ਚ ਚਲੇ ਗਏ। ਹੁਣ ਤਾਂ ਚਲੋ ਗੱਠਜੋੜ ਹੋ ਗਿਆ, ਗੱਠਜੋੜ ਤੋਂ ਪਹਿਲਾਂ ਵੀ ਚਾਹੇ ਪਵਨ ਟੀਨੂ ਦੀ ਗੱਲ ਕਰ ਲਈਏ, ਚਾਹੇ ਸੁਖਵਿੰਦਰ ਸੁੱਖੀ ਹੋਰਾਂ ਦੀ ਗੱਲ ਕਰ ਲਈਏ, ਚਾਹੇ ਬਲਦੇਵ ਖਹਿਰਾ ਹੋਰਾਂ ਦੀ ਗੱਲ ਕਰ ਲਈਏ, ਤੁਹਾਡੇ ਵਾਲੇ ਪਾਸਿਓਂ ਉਧਰਲੇ ਪਾਸੇ ਵਿਧਾਇਕ ਬਣ ਕੇ ਬੈਠੇ ਨੇ ਇਸ ਸਮੇਂ। ਤੇ ਤੁਹਾਡਾ ਤਾਂ ਜ਼ਿਕਰ ਇਹ ਵੀ ਸੀਗਾ ਗੜੀ ਦੀ ਵੀ ਪ੍ਰੋਗਰਾਮ ਕੁਝ ਇਹੋ ਜਿਹਾ ਹੀ ਹੈ। ਦੇਖੋ ਜੀ, ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੂੰ ਵਿਸ਼ਵਾਸ ਸੀ ਕਿ ਪੰਥਕ ਪਾਰਟੀ ਸੀ। ਹੁਣ ਗ੍ਰਾਫ ਡਿੱਗਦਾ ਡਿੱਗਦਾ ਓਪੋਜੀਸ਼ਨ ਤੋਂ ਵੀ ਬਾਹਰ ਹੈ। ਮੈਨੂੰ ਲੱਗਦਾ ਕਿ ਉਸ ਤੋਂ ਵੀ ਬੁਰੀ ਹਾਲਤ ਹੋਣ ਵਾਲੀ ਹੈ, ਕਿਉਂਕਿ ਪੰਜਾਬ ਦੇ ਲੋਕ ਜਿਹੜੇ ਆ ਨਾ, ਉਹ ਸਮਝ ਚੁੱਕੇ ਆ, ਪੜ੍ਹ ਲਿਖ ਚੁੱਕੇ ਆ। ਕਿੰਨਾ ਚਿਰ ਅਸੀਂ ਲੋਕਾਂ ਨੂੰ ਮਿਸ਼ਨ ਦੇ ਨਾਮ ਤੇ, ਪੰਥ ਦੇ ਨਾਮ ਤੇ ਅਸੀਂ ਮੂਰਖ ਬਣਾਵਾਂਗੇ। ਲੋਕਾਂ ਨੂੰ ਜੋ ਚਾਹੀਦਾ ਆ, ਰੁਜ਼ਗਾਰ ਚਾਹੀਦਾ, ਸਿਹਤ ਸਹੂਲਤਾਂ ਚਾਹੀਦੀਆਂ, ਐਜੂਕੇਸ਼ਨ ਚਾਹੀਦੀਆਂ। ਲੜਾਈ ਤਾਂ ਇਸ ਗੱਲ ਦੀ ਹੈ ਕਿ ਹਰ ਵਰਗ ਨੂੰ ਜਿਹੜਾ ਇਨਸਾਫ ਮਿਲੇ, ਹਰ ਵਰਗ ਦੀ ਤਰੱਕੀ ਹੋਵੇ, ਪੰਜਾਬ ਦੀ ਡਿਵੈਲਪਮੈਂਟ ਹੋਵੇ। ਲੋਕ ਤਾਂ ਇਹ ਚਾਹੁੰਦੇ। ਨਹੀਂ, ਹੁਣ ਤੁਸੀਂ ਇੱਥੋਂ ਫਗਵਾੜੇ ਤੋਂ ਦਾਅਵੇਦਾਰੀ ਕੀਤੀ ਆ ਕਾਂਗਰਸ ਦੇ ਵੱਲੋਂ। ਉਮੀਦ ਹੈ ਕਿ ਜਿਹੜੇ ਧੁਰੰਦਰ ਇੱਥੇ ਬੈਠੇ ਆ ਕਾਂਗਰਸ ਦੇ ਸਿਟਿੰਗ ਐਮਐਲਏ ਦਾਅਵੇਦਾਰੀ ਜਤਾ ਰਿਹਾ ਆ ਕਿ ਉਹਨਾਂ ਟਕਸਾਲੀ ਕਾਂਗਰਸੀਆਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਡੀ ਥਾਂ ਬਣ ਜਾਏਗੀ, ਟਿਕਟ ਮਿਲਣ ਦੀ ਸੰਭਾਵਨਾ ਹੈ? ਕਿਉਂ ਨਹੀਂ ਬਣ ਸਕਦੀ ਜੀ? ਜੇ ਚੰਨੀ ਸਾਹਿਬ ਸੀਐਮ ਬਣ ਸਕਦੇ ਆ, ਚੰਨੀ ਸਾਹਿਬ ਨੇ ਆਜ਼ਾਦ ਇਲੈਕਸ਼ਨ ਲੜੀ ਸੀ। ਚੰਨੀ ਸਾਹਿਬ ਨੇ ਖੁਦ ਕਿਹਾ ਕਿ ਮੈਨੂੰ ਟਿਕਟ ਤੋਂ ਵੀ ਕਿਸੇ ਟਾਈਮ ਕਾਂਗਰਸ ਨੇ ਨਾ ਕਰ ਦਿੱਤੀ ਸੀ। ਜਦੋਂ ਲੋਕਾਂ ਦੇ ਵਿੱਚ ਕਿਰਦਾਰ ਦੀ ਪਹਿਚਾਣ ਹੋਵੇ, ਜਦੋਂ ਲੋਕਾਂ ਦੇ ਵਿੱਚ ਇਮਾਨਦਾਰੀ ਦੀ ਪਹਿਚਾਣ ਹੋਵੇ, ਲੋਕ ਜਿਹੜੇ ਆ ਉਹ ਜਦੋਂ ਇੱਕ ਟਣਕਾ ਕੇ ਦੇਖਣ ਭਾਂਡੇ ਨੂੰ, ਤੇ ਉਹ ਲੋਕ ਆਪੇ ਹੀ ਫੈਸਲਾ ਕਰ ਲੈਂਦੇ ਕਿ ਅਸੀਂ ਕਿਸ ਕੈਂਡੀਡੇਟ ਨੂੰ ਚੁਣਨਾ। ਫਗਵਾੜੇ ਦੇ ਵਿੱਚੋਂ ਜੋਗਿੰਦਰ ਸਿੰਘ ਮਾਨ ਜਿਹੜੇ 3 ਵਾਰ ਮੰਤਰੀ ਵੀ ਰਹੇ ਆ ਕਾਂਗਰਸ ਸਰਕਾਰ ਦੇ ਵਿੱਚ, ਉਹ ਪਾਰਟੀ ਛੱਡ ਕੇ ਚਲੇ ਜਾਂਦੇ ਔਰ ਇਹ ਕਹਿੰਦੇ ਆ ਕਿ ਪਾਰਟੀ ਨੇ ਜਿਹੜੇ ਦਾਅਵੇ ਵਾਅਦੇ ਸੀ ਉਹ ਪੂਰੇ ਨਹੀਂ ਕੀਤੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘੁਟਾਲਾ ਹੋਇਆ, ਉਸ ਮਾਮਲੇ 'ਚ ਕੁਝ ਨਹੀਂ ਕੀਤਾ ਕਿਉਂਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਹੀ ਸਾਰਾ ਕੁਝ ਹੋਇਆ ਆ। ਔਰ ਇਹਦੇ ਤੋਂ ਇਲਾਵਾ ਕਹਿੰਦੇ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਕਹੀ ਸੀਗੀ, ਉਸ ਮਾਮਲੇ 'ਚ ਕੋਈ ਕੰਮ ਨਹੀਂ ਕੀਤਾ। ਤੇ ਕੁਝ ਹੋਰ ਲੋਕਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਕਾਂਗਰਸ ਲੱਗੀ ਹੋਈ ਆ। ਸਿੱਧੂ ਤੋਂ ਵੀ ਕਹਿੰਦੇ ਮੈਨੂੰ ਇਹ ਉਮੀਦਾਂ ਨਹੀਂ ਸੀ ਜੋ ਕੁਝ ਹੋ ਵਾਪਰ ਰਿਹਾ, ਉਹ ਪਾਰਟੀ ਛੱਡ ਕੇ ਚਲੇ ਜਾਂਦੇ। ਤੁਹਾਡੇ ਆਪਣੀ ਪਾਰਟੀ ਦੇ ਮੈਂਬਰ, ਹੁਣ ਮੈਂ ਤੁਹਾਡੀ ਪਾਰਟੀ ਕਹੂੰਗਾ ਕਿਉਂਕਿ ਤੁਸੀਂ ਕਾਂਗਰਸ ਜੁਆਇਨ ਕਰ ਲਿਆ, ਉਹ ਜਦ ਤੁਹਾਡੀ ਪਾਰਟੀ ਦੇ ਕਿਰਦਾਰ ਦੇ ਉੱਤੇ ਸਵਾਲ ਉਠਾਉਂਦੇ ਆ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਮੁੱਦੇ, ਕਿਰਦਾਰ, ਇਹ ਸਾਰੀਆਂ ਗੱਲਾਂ ਸਿਰਫ ਕਹਿਣ ਦੀਆਂ ਰਹਿ ਜਾਂਦੀਆਂ ਨੇ? ਦੇਖੋ ਜੀ, ਉਦੋਂ ਕਹਿ ਦੇਣਾ ਚਾਹੀਦਾ ਸੀ ਜਦੋਂ ਕੈਬਨਿਟ ਰੈਂਕ ਮਿਲਿਆ ਸੀ। ਉਦੋਂ ਕਹਿ ਦੇਣਾ ਚਾਹੀਦਾ ਸੀ ਜਦੋਂ ਚੇਅਰਮੈਨੀ ਮਿਲੀ ਸੀ, ਨਹੀਂ ਜੀ ਰਹਿਣ ਦਿਓ, ਹਜੇ ਨਹੀਂ ਲੈਣੀ, ਨਾ ਮੈਨੂੰ ਚੇਅਰਮੈਨੀ ਨਹੀਂ ਚਾਹੀਦੀ, ਨਾ ਮੈਨੂੰ ਕੈਬਨਿਟ ਰੈਂਕ ਚਾਹੀਦਾ, ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਇਸ਼ੂ ਖੜਾ। ਉਦੋਂ ਕਹਿ ਦੇਣਾ ਚਾਹੀਦਾ ਸੀ। ਇਹ ਸਭ ਗੱਲਾਂ ਜਿਹੜੀਆਂ ਜਦੋਂ ਆਪਾਂ ਇਹ ਗੱਲ ਕਰਦੇ ਹਾਂ, ਮੈਨੂੰ ਨਹੀਂ ਲੱਗਦਾ ਕਿ ਇਹ ਬਾਤ ਜ਼ਿਆਦਾ ਹੈ, ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ, ਬੜਾ ਮਾਣ ਸਤਿਕਾਰ ਦਿੱਤਾ, ਔਰ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਨੂੰ ਕੀਤਾ ਜਾਣ। ਜਿਸ ਪਾਰਟੀ ਦੇ ਵਿੱਚ ਗਏ ਆ, ਉਸ ਪਾਰਟੀ ਦੇ ਵਿੱਚੋਂ ਤਾਂ ਪਹਿਲੇ 9 ਐਮਐਲਏ ਛੱਡ ਕੇ ਜਿਹੜੇ ਆ ਆਪ ਨੂੰ ਆ ਗਏ, ਕਿਉਂਕਿ ਜਿੰਨਾ ਆਪ ਦੇ ਵਿੱਚ ਸ਼ੋਸ਼ਣ ਆ, ਤੁਸੀਂ ਕਿਤੇ ਉਹਨਾਂ ਨੂੰ ਵੀ ਕਿਤੇ ਪੁੱਛ ਲਿਓ ਲੀਡਰਾਂ ਨੂੰ ਕਿ ਉਹਦੇ ਵਿੱਚ ਇਸ ਤੋਂ ਵੀ ਵੱਧ ਸ਼ੋਸ਼ਣ ਹੋ ਰਿਹਾ। ਔਰ ਜਿਹੜਾ ਕੇਜਰੀਵਾਲ ਜੀ ਨੇ ਜਿਹੜਾ ਲੋਕਾਂ ਦੇ ਵਿੱਚ ਇੱਕ ਭਰਮ ਫੈਲਾਇਆ ਹੋਇਆ ਹੈ ਕਿ ਇਹ ਆਮ ਲੋਕਾਂ ਦੀ ਪਾਰਟੀ ਹੈ। ਤੁਸੀਂ ਦੇਖ ਲਓ ਕਿ ਇੱਥੇ ਵੀ ਜਿਹੜਾ ਆ ਲੋਕ ਟਿਕਟ ਦੇ ਨਾਮ ਤੇ, ਪੈਸੇ ਦੇ ਨਾਮ ਤੇ ਛਿੱਤਰੋ ਛਿੱਤਰੀ ਹੋ ਰਹੇ। ਇਸ ਲਈ ਮੈਂ ਸਮਝਦਾ ਕਿ ਮਾਨ ਸਾਹਿਬ ਦੀ ਚਲੋ ਆਪਣੀ ਨਿੱਜੀ ਰਾਏ ਹੋ ਸਕਦੀ ਆ, ਉਹਨਾਂ ਦਾ ਨਿੱਜੀ ਫੈਸਲਾ ਵੀ ਹੋ ਸਕਦਾ, ਤੇ ਮੈਨੂੰ ਉਹਨਾਂ ਦਾ ਜਿਹੜਾ ਮੈਨੂੰ ਜੋ ਲੱਗਿਆ ਠੀਕ ਨਹੀਂ ਹੈ। ਨਹੀਂ, ਤੁਹਾਨੂੰ ਲੱਗਦਾ ਨਹੀਂ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜੋ ਕੁਝ ਵੀ ਹੋਇਆ ਵਾਪਰਿਆ, ਇੱਕ ਵਿਦਿਆਰਥੀਆਂ ਦਾ ਹੱਕ ਮਾਰਿਆ ਗਿਆ, ਜਿਹੜੇ ਪੜ੍ਹ ਸਕਦੇ ਸੀਗੇ ਉਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਨਾਲ, ਉਹ ਹੱਕ ਮਾਰਿਆ ਗਿਆ। ਕਈਆਂ ਨੂੰ ਪੇਪਰ ਨਹੀਂ ਦੇਣ ਦਿੱਤੇ ਗਏ, ਕਾਲਜਾਂ ਨੇ ਉਹਨਾਂ ਦੇ ਦਾਖਲੇ ਬੰਦ ਕਰ ਦਿੱਤੇ, ਉਹਨਾਂ ਨੂੰ ਰੋਲ ਨੰਬਰ ਨਹੀਂ ਦਿੱਤੇ, ਉਦੋਂ ਅੱਗੇ ਐਡਮਿਸ਼ਨਾਂ ਨਹੀਂ ਮਿਲੀਆਂ ਵਿਦਿਆਰਥੀਆਂ ਨੂੰ ਕਿ ਭਾਈ ਨਹੀਂ ਪੋਸਟ ਮੈਟ੍ਰਿਕ ਸਕਾਲਰ ਦਾ ਰੌਲਾ ਪਿਆ ਹੋਇਆ ਸਕਾਲਰਸ਼ਿਪ ਦਾ, ਤੇ ਅਸੀਂ ਤੁਹਾਨੂੰ ਐਡਮਿਸ਼ਨ ਨਹੀਂ ਦੇ ਸਕਦੇ ਕਿਉਂਕਿ ਮੁੜ ਕੇ ਪੈਸੇ ਨਹੀਂ ਆਉਂਦੇ ਸਾਨੂੰ। ਕਾਲਜਾਂ ਨੇ ਐਡਮਿਸ਼ਨਾਂ ਨਹੀਂ ਕਈ ਵਿਦਿਆਰਥੀਆਂ ਨੂੰ ਦਿੱਤੀਆਂ। ਇਹ ਮੁੱਦਾ ਹੱਲ ਕੀਤਾ ਜਾਣਾ ਚਾਹੀਦਾ ਸੀ ਜਿਹੜਾ ਨਹੀਂ ਕੀਤਾ ਗਿਆ। ਬਿਲਕੁਲ ਹੱਲ ਕੀਤਾ ਜਾਣਾ ਚਾਹੀਦਾ ਸੀ। ਮੈਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਜਿਹੜੇ ਬੱਚੇ ਸੀ ਜਿਨ੍ਹਾਂ ਨੂੰ ਡਿਗਰੀਆਂ ਲੈ ਕੇ ਦੇਣੀਆਂ ਸੀ, ਉਹਨਾਂ ਵਾਸਤੇ ਮੈਂ ਸਿਟੀ ਇੰਸਟੀਚਿਊਟ ਦੇ ਵਿੱਚ ਇਹੋ ਜਿਹੀ ਠੰਡ ਦੇ ਵਿੱਚ, ਕੜਕਦੀ ਠੰਡ ਦੇ ਵਿੱਚ 2 ਰਾਤਾਂ ਮੈਂ ਉੱਥੇ ਧਰਨਾ ਲਗਾ ਕੇ ਸੁੱਤਾ, ਔਰ 2 ਰਾਤਾਂ ਉੱਥੇ ਮੈਂ ਬੈਠਾ ਰਿਹਾ, ਔਰ 287 ਬੱਚਿਆਂ ਨੂੰ ਜਿਹੜੀਆਂ ਡਿਗਰੀਆਂ ਵੀ ਲੈ ਕੇ ਦਿੱਤੀਆਂ। ਔਰ ਮੈਂ ਇਹ ਚਾਹੁੰਦਾ ਕਿ ਜਿਹੜੀ ਐਜੂਕੇਸ਼ਨ ਵਾਸਤੇ ਵੱਧ ਤੋਂ ਵੱਧ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਕਿਉਂਕਿ ਐਜੂਕੇਸ਼ਨ ਹੀ ਜਿਹੜੀ ਆ ਇੱਕ ਮਾਧਿਅਮ ਆ ਪਰਿਵਰਤਨ ਦਾ, ਜਿਹੜਾ ਇਨਸਾਨ ਨੂੰ ਇਨਸਾਨ ਬਣਾ ਸਕਦੀ ਹੈ। ਐਜੂਕੇਸ਼ਨ, ਹੈਲਥ ਸਿਸਟਮ, ਔਰ ਹਰ ਵਰਗ ਦਾ, ਮੈਂ ਇਹ ਨਹੀਂ ਕਹਿੰਦਾ ਕਿ ਹਰ ਇੱਕ ਵਰਗ ਨੂੰ ਐਜੂਕੇਸ਼ਨ ਦਾ ਜਿਹੜਾ ਮੌਕਾ ਮਿਲਣਾ ਚਾਹੀਦਾ, ਔਰ ਤਾਂ ਹੀ ਜਿਹੜਾ ਪੰਜਾਬ ਤਰੱਕੀ ਕਰ ਸਕਦਾ। ਅੱਛਾ, ਤੁਸੀਂ ਪਾਰਟੀ ਦੇ ਵਿੱਚ ਲੋਕਤੰਤਰ ਦੀ ਗੱਲ ਕਰਦੇ ਹੋ ਨਾ, ਇੱਥੇ ਜਦੋਂ ਤਾਂ ਬਸਪਾ ਦੀ ਮੈਂ ਗੱਲ ਕਰਦਾ ਤੇ ਤੁਸੀਂ ਨਾ ਤਮਾਮ ਖਾਮੀਆਂ ਬੜੀਆਂ ਉਭਾਰ ਕੇ ਮੋਰੇ ਰੱਖਦੇ ਹੋ, ਕੱਲੀ ਗੱਲ ਇੱਦਾਂ ਚਿਣ ਕੇ ਰੱਖ ਦਿੰਦੇ ਹੋ, ਇੱਥੇ ਆਹ ਹੋਇਆ, ਇਹਨੇ ਆਹ ਕੀਤਾ, ਇਹਨੇ ਆਹ ਕਰ ਦੇਣਾ, ਇੱਦਾਂ ਪਾਰਟੀ ਦਾ ਹੋਇਆ। ਪਰ ਜਦੋਂ ਕਾਂਗਰਸ ਦੀ ਗੱਲ ਚੱਲਦੀ ਹੈ ਤੇ ਬੜੇ ਨੱਪੇ ਤੁਲੇ ਸ਼ਬਦਾਂ ਦੇ ਵਿੱਚ ਗੱਲ ਕਰਦੇ ਹੋ।
ਕੀ ਇਹਨੂੰ ਹੀ ਲੋਕਤੰਤਰ ਕਿਹਾ ਜਾਂਦਾ, ਇਹਨੂੰ ਹੀ ਕਿਰਦਾਰ ਕਿਹਾ ਜਾਂਦਾ ਕਿ ਜੇ ਤੁਹਾਨੂੰ ਖਾਮੀ ਆਪਣੀ ਪਾਰਟੀ 'ਚ ਨਜ਼ਰ ਆਉਂਦੀ, ਤੁਹਾਡੇ ਪਾਰਟੀ ਦੇ ਪ੍ਰਧਾਨ ਸਿੱਧੂ ਹੁਰੀ ਖੁੱਲ੍ਹ ਕੇ ਬੋਲ ਜਾਂਦੇ ਕਿ ਚੰਨੀ ਸਰਕਾਰ ਦੇ ਵਿੱਚ ਆਹ ਕੰਮ ਨਹੀਂ ਹੋਇਆ, ਇਹਨਾਂ ਨੇ ਆਹ ਅਪੁਆਇੰਟਮੈਂਟ ਠੀਕ ਨਹੀਂ ਕੀਤੀ, ਨਸ਼ੇ ਦੇ ਮਾਮਲੇ 'ਚ ਕਾਰਵਾਈ ਨਹੀਂ ਹੋਈ, ਬੇਅਦਬੀਆਂ ਦੇ ਮਾਮਲੇ 'ਚ ਕਾਰਵਾਈ ਨਹੀਂ ਹੋਈ। ਕਿਰਦਾਰ ਫਿਰ ਇੱਦਾਂ ਬੋਲਣਾ ਚਾਹੀਦਾ ਜਾਂ ਨੱਪੇ ਤੁਲੇ ਸ਼ਬਦਾਂ ਦੇ ਵਿੱਚ ਥੋੜ੍ਹਾ ਜਿਹਾ ਪਾਰਟੀ 'ਚ ਜਗ੍ਹਾ ਬਰਕਰਾਰ ਰੱਖਣ ਲਈ ਗੱਲ ਹੋਣੀ ਚਾਹੀਦੀ ਹੈ? ਦੇਖੋ ਜੀ, ਸਟੇਟ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਵੀ ਪਾਰਟੀ ਦਾ ਫਿਕਰ ਹੈ ਜੀ। ਉਹ ਵੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਔਰ ਸਟੇਟ ਪ੍ਰੈਜ਼ੀਡੈਂਟ ਦਾ ਜਿਹੜਾ ਫਰਜ਼ ਵੀ ਬਣਦਾ ਕਿ ਜਿੱਥੇ ਕੋਈ ਗਲਤ ਹੋਵੇ ਤੇ ਉਹਨੂੰ ਜਿਹੜਾ ਗਲਤ ਕਹਿਣਾ ਵੀ ਉਹਨਾਂ ਦਾ ਜਿਹੜਾ ਰਾਈਟ ਹੈ। ਔਰ ਮੈਂ ਜਿੱਥੇ ਤੱਕ ਸਮਝਦਾ ਆ ਕਿ ਜਿਹਨੂੰ ਲੋਕ ਧੜੇਬੰਦੀ ਸਮਝਦੇ ਆ ਕਿ ਕਾਂਗਰਸ ਵਿੱਚ ਤਾਂ ਬੜੀ ਧੜੇਬੰਦੀ ਆ ਜੀ, ਕਾਂਗਰਸ ਵਿੱਚ ਬੜੀ ਫੁੱਟ ਹੈ, ਮੈਂ ਸਮਝਦਾ ਕਿ ਇੱਥੇ ਇੱਕ ਡੈਮੋਕ੍ਰੇਸੀ ਆ, ਹਰ ਇੱਕ ਨੂੰ ਆਪਣਾ ਗੱਲ ਕਹਿਣ ਦਾ ਜਿਹੜਾ ਹੱਕ ਹੈ। ਜੇ ਉਹਨੂੰ ਹੱਕ ਨੂੰ ਜੇ ਅਸੀਂ ਕਹਿੰਦੇ ਆ ਕਿ ਧੜੇਬੰਦੀ ਆ, ਜੇ ਆਪਾਂ ਹੁਣ 3 ਜਣੇ ਖੜੇ ਆ ਜਾਂ 4 ਜਣੇ ਖੜੇ ਆ, ਜੇ ਆਪਾਂ ਬੋਲ ਸਕਦੇ ਆ, ਆਪਾਂ ਆਪੋ ਆਪਣੇ ਵਿਚਾਰ ਰੱਖ ਸਕਦੇ ਆ, ਤੁਹਾਡੇ ਮੇਰੇ ਨਾਲ ਮੇਲ ਨਹੀਂ ਖਾਂਦੇ, ਮੇਰੇ ਤੁਹਾਡੇ ਨਾਲ ਮੇਲ ਨਹੀਂ ਖਾਂਦੇ, ਜੇ ਇਹਨੂੰ ਆਪਾਂ ਫੁੱਟ ਨਹੀਂ ਕਹਿ ਸਕਦੇ, ਇਹਨੂੰ ਅਸੀਂ ਡੈਮੋਕ੍ਰੇਸੀ ਕਹਿ ਸਕਦੇ ਹਾਂ ਕਿ ਹਰ ਇੱਕ ਨੂੰ ਰਾਈਟ ਹੈ ਕਿ ਜੋ ਕੁਝ ਵੀ ਕਹਿ ਰਿਹਾ ਉਹਨੂੰ ਹੱਕ ਹੈ ਕਿ ਉਹ ਬੋਲ ਰਿਹਾ। ਨਹੀਂ, ਗਲਤ ਨੂੰ ਗਲਤ ਕਹਿਣਾ ਤੇ ਗਲਤ ਦਾ ਇਨਸਾਫ ਮੰਗਣਾ, ਮੇਰਾ ਖਿਆਲ ਹੈ ਇਹ ਤੇ ਵਿਚਾਰਾਂ ਦੀ ਵੱਖਰਤਾ ਹੋਣੀ ਦੋਨੋਂ ਵੱਖਰੀਆਂ ਚੀਜ਼ਾਂ ਨੇ, ਇੱਕੋ ਜਗ੍ਹਾ ਤੇ ਦੋਨਾਂ ਨੂੰ ਨਹੀਂ ਰੱਖ ਸਕਦੇ। ਹਾਂ, ਬਿਲਕੁਲ ਠੀਕ ਕਹਿ ਰਹੇ ਜੀ ਤੁਸੀਂ, ਬਿਲਕੁਲ ਤੁਸੀਂ ਠੀਕ ਕਹਿ ਰਹੇ ਆ। ਮੈਂ ਇਸੇ ਕਰਕੇ ਕਹਿਣਾ ਕਿ ਜਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਚੱਲਦੀ, ਤੁਸੀਂ ਕਹਿੰਦੇ ਹੋਣਾ ਚਾਹੀਦਾ ਹੈ, ਤੇ ਉੱਥੇ ਹੋਣਾ ਚਾਹੀਦਾ ਇੱਕ ਬੰਦਾ ਪਾਰਟੀ ਛੱਡ ਕੇ ਚੱਲ ਜਾਂਦਾ ਉਸ ਨਾਮ ਦੇ ਉੱਤੇ। ਬੜੇ ਵੀਰ, ਮੇਰੀ ਬੇਨਤੀ ਸੁਣੋ ਕਿ ਜਦੋਂ ਆਪਾਂ ਇੱਕ ਮਕਾਨ ਵੀ ਸ਼ੁਰੂ ਕਰ ਲਈਏ ਨਾ, ਉਹਨੂੰ ਵੀ ਸਾਲ 6 ਮਹੀਨੇ ਲੱਗ ਜਾਂਦੇ ਆ, ਹਜੇ ਤਾਂ ਸਮਾਂ ਹੀ 111 ਦਿਨ ਦਾ ਮਿਲਿਆ। 111 ਦਿਨ ਦੇ ਵਿੱਚ ਸੀਐਮ ਸਾਹਿਬ ਨੇ ਸੌਂ ਕੇ ਨਹੀਂ ਦੇਖਿਆ। 111 ਦਿਨਾਂ ਦੇ ਵਿੱਚ ਇਤਿਹਾਸਿਕ ਮੀਟਿੰਗਾਂ ਹੋਈਆਂ ਕੈਬਨਿਟ ਦੀਆਂ, ਥੋੜਾ ਸਮਾਂ ਤਾਂ ਦਿਓ। ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਹਾਂ ਕਿ ਬੜਾ ਮੰਦਭਾਗਾ ਸਮਾਂ ਸੀ ਪੰਜਾਬ ਤੇ ਕਿ ਕਾਂਗਰਸ ਤੇ ਵੀ ਅਕਾਲੀ ਦਲ ਦਾ ਕਬਜ਼ਾ, ਸੁਖਬੀਰ ਬਾਦਲ ਦਾ ਕਬਜ਼ਾ, ਬਿਜ਼ਨਸ ਤੇ ਉਹਨਾਂ ਦਾ ਕਬਜ਼ਾ, ਧਰਮ ਤੇ ਉਹਨਾਂ ਦਾ ਕਬਜ਼ਾ। ਹੁਣ ਹੌਲੀ ਹੌਲੀ ਨਿਕਲ ਰਿਹਾ, ਖਿਸਕ ਰਿਹਾ, ਪੰਜਾਬ 'ਚ ਅੱਛਾ ਹੋਏਗਾ, ਕੋਈ ਅੱਛੀ ਪਾਲਿਸੀ ਬਣੇ, ਇਹਦੇ ਲਈ ਸਮਾਂ ਚਾਹੀਦਾ। ਤੁਸੀਂ ਅਕਾਲੀ ਦਲ ਦਾ ਕਬਜ਼ਾ ਕਹਿੰਦੇ, ਬਹੁਤ ਸਾਰੇ ਲੋਕ ਤਾਂ ਬੀਜੇਪੀ ਦਾ ਕਬਜ਼ਾ ਕਹਿੰਦੇ, ਬੀਜੇਪੀ ਦਾ ਹੁਣ ਇਸੇ ਕਰਕੇ ਗੱਠਜੋੜ ਹੋ ਗਿਆ ਕੈਪਟਨ ਹੋਰਾਂ ਦਾ ਉੱਧਰ। ਦੇਖੋ ਜੀ, ਕਾਰਪੋਰੇਟ ਦਾ ਕਬਜ਼ਾ ਕਿਸੇ ਦਾ ਵੀ ਕਹਿ ਲਓ, ਕਾਰਪੋਰੇਟ ਘਰਾਣਿਆਂ ਦਾ, ਸੁਖਬੀਰ ਬਾਦਲ ਵੀ ਕਾਰਪੋਰੇਟ ਦੇ ਵਿੱਚ ਹੀ ਆਉਂਦੇ ਆ, ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ। ਇਹ ਹੌਲੀ ਹੌਲੀ ਆਪਾਂ ਇਹਨੂੰ ਲੋਕਾਂ ਦੇ ਵਿੱਚ, ਲੋਕਾਂ ਦਾ ਕਬਜ਼ਾ ਕਰਾਉਣਾ, ਆਪਾਂ ਨੂੰ ਸਾਰਿਆਂ ਨੂੰ ਜਿਹੜਾ ਆ ਉਹ ਲੱਗਣਾ ਪੈਣਾ ਟਾਰਗੇਟ ਫਿਕਸ ਕਰਕੇ, ਕਿਉਂਕਿ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਆ, ਹਰ ਇੱਕ ਨੌਜਵਾਨ ਨੂੰ ਇਸ ਕੰਮ ਦੇ ਲਈ ਲੱਗਣਾ ਪੈਣਾ ਹੈ। ਆਪਣੇ ਹੱਕ ਨੂੰ ਪਹਿਚਾਨਣਾ ਪੈਣਾ ਕਿ ਇੱਕ ਘਰ ਦੇ ਵਿੱਚ ਇੰਨਾ ਜ਼ਿਆਦਾ ਬਿਜ਼ਨਸ ਦਾ ਹੋਣਾ ਬਾਕੀ ਦੇ ਬੇਰੁਜ਼ਗਾਰ ਨੌਜਵਾਨਾਂ ਤੇ ਜ਼ੁਲਮ ਹੈ, ਇਸ ਗੱਲ ਨੂੰ ਸਮਝਣਾ ਪੈਣਾ। ਬਹੁਤ ਬਿਹਤਰ ਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਕਾਰਪੋਰੇਟ ਦੇ ਕਬਜ਼ੇ ਦੀ ਗੱਲ ਸੁਖਬੀਰ ਸਿੰਘ ਮਾਨਾਵਾਲ ਨੇ ਕੀਤੀ ਹੈ। 3 ਤਰੀਕੇ ਦੀਆਂ ਚੀਜ਼ਾਂ ਹੁੰਦੀਆਂ, ਇੱਕ ਕਾਰਪੋਰੇਟ ਹੁੰਦਾ ਆ, ਇੱਕ ਕੋਆਪਰੇਟ ਹੁੰਦਾ ਆ, ਤੇ ਇੱਕ ਵਪਾਰੀ ਹੁੰਦਾ, ਇੰਡਸਟਰੀਲਿਸਟ ਹੁੰਦਾ। ਇਹਨੂੰ ਪੰਜਾਬੀ ਦੇ ਵਿੱਚ ਕਹਿ ਲਈਏ ਸਹਿਕਾਰੀ, ਵਪਾਰੀ ਤੇ ਸਰਕਾਰੀ। ਇਹ 3 ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਨੇ। ਹੁਣ ਸਮੱਸਿਆ ਇਹ ਆ ਸਾਡੀ ਪੋਲਿਟਿਕਸ ਦੀ ਵਿੱਚ ਕਿ ਹੁੰਦਾ ਤਾਂ ਸਹਿਕਾਰੀ ਬਣ ਕੇ ਆਉਂਦਾ ਆ ਕੋਈ ਆਗੂ, ਜਦੋਂ ਸਰਕਾਰੀ ਹੋ ਜਾਂਦਾ ਜਾਂ ਸਰਕਾਰ ਬਣ ਜਾਂਦੀ ਉਹਦੀ ਪਾਰਟੀ ਦੀ, ਤੇ ਉਹਦੇ ਤੋਂ ਬਾਅਦ ਵਪਾਰੀ ਵਾਲੇ ਪਾਸੇ ਨੂੰ ਕਦਮ ਵਧਾਉਂਦਾ ਨਜ਼ਰ ਆਉਂਦਾ ਆ, ਸਹਿਕਾਰੀ ਵਾਲੀ ਗੱਲ ਖਤਮ ਹੋ ਜਾਂਦੀ ਹੈ। ਪਰ ਕੀ ਸੱਚਿਓਂ ਹੀ ਇਹ ਸਥਿਤੀਆਂ ਬਣ ਪਾਉਣਗੀਆਂ 2022 ਦੀਆਂ ਚੋਣਾਂ ਤੋਂ ਬਾਅਦ ਕਿ ਵਪਾਰੀ ਜਾਂ ਸਰਕਾਰੀ ਤੋਂ ਅੱਗੇ ਵੱਧ ਕੇ ਕੁਝ ਸਹਿਕਾਰੀ ਵਾਲੀ ਗੱਲ ਵੀ ਹੋਏਗੀ? ਪਰ ਅਜੇ ਸਭ ਤੋਂ ਵੱਡੀ ਸਮੱਸਿਆ ਕਾਂਗਰਸ ਲਈ ਇਹ ਹੈ ਕਿ ਇੱਕ ਅਨਾਰ 100 ਬਿਮਾਰ, ਹਰ ਸੀਟ ਤੇ ਸਥਿਤੀਆਂ ਇਹ ਨੇ। ਤੇ ਫਿਰ ਟਿਕਟਾਂ ਦੀ ਵੰਡ ਤੋਂ ਬਾਅਦ ਹਾਲਾਤ ਕਿਹੋ ਜਿਹੇ ਬਣਨਗੇ? ਫਗਵਾੜੇ ਦੀ ਸੀਟ ਤੋਂ ਵੀ ਸੁਖਬੀਰ ਸਿੰਘ ਮਾਨਾਵਾਲੀ ਨੇ ਵੀ ਦਾਅਵੇਦਾਰੀ ਪੇਸ਼ ਕੀਤੀ ਹੈ, ਇਹਨਾਂ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ ਮਿਲਦੀ, ਇਹ ਵੀ ਦੇਖਣਾ ਹੋਏਗਾ ਕਿ ਅੱਜ ਕਾਂਗਰਸ ਦੇ ਪੱਖ ਦੇ ਵਿੱਚ ਹੈ, ਜੇ ਟਿਕਟ ਨਾ ਮਿਲੀ ਤਾਂ ਕੀ ਫੇਰ ਵੀ ਪੱਖ ਦੇ ਵਿੱਚ ਬੋਲਦੇ ਆ ਜਾਂ ਉਦੋਂ ਭਾਸ਼ਾ ਕੁਝ ਹੋਰ ਹੋ ਸਕਦੀ ਹੈ, ਸਥਿਤੀ ਕੋਈ ਹੋਰ ਹੋ ਸਕਦੀ ਹੈ? ਇਹ ਫਿਲਹਾਲ ਵਕਤ ਦੱਸੇਗਾ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।